ਸ਼ੀਤ ਯੁੱਧ ਦੋ ਮਹਾਸ਼ਕਤੀਆਂ USA ਅਤੇ USSR ਵਿਚਕਾਰ ਚੱਲਿਆ। ਇਹ ਦੋਵੇਂ ਜਿਹੜੀਆਂ ਮਹਾਸ਼ਕਤੀਆਂ ਨੇ ਦੂਸਰੇ ਵਿਸ਼ਵ ਯੁੱਧ ਵੇਲੇ ਇਕੱਠੀਆਂ ਸੀ। ਇਕੱਠਿਆਂ ਨੇ ਦੋਹਾਂ ਨੇ ਸਾਂਝੇ ਤੌਰ ਤੇ ਯੁੱਧ ਲੜਿਆ ਦੂਸਰੇ ਹੋਰ ਕੰਟਰੀਜ਼ ਨਾਲ, ਜਿਵੇਂ ਇੰਗਲੈਂਡ, ਫਰਾਂਸ ਵਗੈਰਾ ਨਾਲ ਮਿਲ ਕੇ। ਪਰੰਤੂ ਦੂਸਰਾ ਵਿਸ਼ਵ ਯੁੱਧ ਖਤਮ ਹੁੰਦੇ ਹੀ ਇਹ ਦੋਵੇਂ ਇੱਕ ਦੂਸਰੇ ਦੇ ਵਿਰੁੱਧ ਖੜੀਆਂ ਹੋ ਗਈਆਂ ਮਹਾਸ਼ਕਤੀਆਂ। ਉਹ ਕੀ ਕਾਰਨ ਸੀ ਜਿਨ੍ਹਾਂ ਕਰਕੇ ਇਹ ਜਿਹੜੇ ਯੁੱਧ ਵੇਲੇ ਦੇ ਮਿੱਤਰ ਰਾਜ ਸੀ, ਇਹ ਯੁੱਧ ਖਤਮ ਹੁੰਦੇ ਹੀ ਇੱਕ ਦੂਸਰੇ ਤੋਂ ਵੱਖਰੇ ਹੋ ਗਏ, ਇੱਕ ਦੂਸਰੇ ਦੇ ਵਿਰੁੱਧ ਸ਼ੀਤ ਯੁੱਧ ਸ਼ੁਰੂ ਹੋ ਗਿਆ। ਸ਼ੀਤ ਯੁੱਧ ਦੇ ਵਿੱਚ ਸ਼ਾਮਲ ਜਿਹੜੇ ਇਹ ਦੋ ਰਾਜ ਸੀ, ਦੋ ਮਹਾਸ਼ਕਤੀਆਂ ਸੀ, ਮਹਾਸ਼ਕਤੀ ਦੇ ਧੜੇ ਸੀ। ਇਹਨਾਂ ਦੇ ਵਿੱਚੋਂ ਸੋਵੀਅਤ ਸੰਘ ਅਤੇ ਉਸਦੇ ਸਾਥੀਆਂ ਨੂੰ ਅਸੀਂ ਪੂਰਬੀ ਰਾਜ ਕਹਿ ਦਿੰਦੇ ਹਾਂ ਅਤੇ ਅਮਰੀਕਾ ਅਤੇ ਉਸਦੇ ਸਾਥੀਆਂ ਨੂੰ ਅਸੀਂ ਪੱਛਮੀ ਰਾਜ ਕਹਿ ਦਿੰਦੇ ਹਾਂ। ਦੋਹੇ ਧਿਰਾਂ ਇੱਕ ਦੂਸਰੇ ਤੇ ਦੋਸ਼ ਲਗਾਉਂਦੀਆਂ ਰਹੀਆਂ ਨੇ ਕਿ ਦੂਸਰੀ ਧਿਰ ਜ਼ਿੰਮੇਵਾਰ ਹੈ ਸ਼ੀਤ ਯੁੱਧ ਲਈ, ਕੜਵਾਹਟ ਲਈ ਜ਼ਿੰਮੇਵਾਰ ਹੈ। ਇਸ ਭਾਗ ਦੇ ਵਿੱਚ ਅਸੀਂ ਇਸ ਦਾ ਇੱਕ ਪਾਰਟ ਸਟੱਡੀ ਕਰਾਂਗੇ ਕਿ ਪੱਛਮੀ ਰਾਜਾਂ ਨੂੰ ਪੂਰਬੀ ਰਾਜਾਂ ਦੇ ਵਿਰੁੱਧ ਕੀ ਸ਼ਿਕਾਇਤਾਂ ਸੀ, ਭਾਵ ਅਮਰੀਕਾ ਨੂੰ ਅਤੇ ਉਸਦੇ ਸਾਥੀਆਂ ਨੂੰ USSR ਅਤੇ ਉਸਦੇ ਸਾਥੀਆਂ ਵਿਰੁੱਧ ਕੀ ਸ਼ਿਕਾਇਤਾਂ ਸੀ। ਪਹਿਲਾ ਪੁਆਇੰਟ ਹੈ ਇਸ ਵਿੱਚ ਮਹੱਤਵਪੂਰਨ, ਵਿਸ਼ਵ ਰਾਜਨੀਤੀ ਦੇ ਵਿੱਚ ਸੋਵੀਅਤ ਸੰਘ ਦੀ ਵੱਧਦੀ ਭੂਮਿਕਾ। ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਸੋਵੀਅਤ ਸੰਘ ਆਪਣੇ ਆਪ ਨੂੰ ਵਰਲਡ ਪੋਲਿਟਿਕਸ ਤੋਂ ਅਲੱਗਾ ਰੱਖਦਾ ਸੀ। ਦੂਸਰੇ ਵਿਸ਼ਵ ਯੁੱਧ ਦੇ ਵਿੱਚ ਵੀ ਸ਼ਾਮਲ ਨਹੀਂ ਸੀ ਹੋਣਾ ਚਾਹੁੰਦਾ। ਜਰਮਨ ਨੇ ਦੂਸਰਾ ਵਿਸ਼ਵ ਯੁੱਧ ਸ਼ੁਰੂ ਕੀਤਾ ਸੀ ਅਤੇ ਸੋਵੀਅਤ ਸੰਘ ਨੇ ਪਹਿਲਾਂ ਤੋਂ ਹੀ ਇੱਕ ਸੀਕ੍ਰੇਟ ਸੰਧੀ ਕੀਤੀ ਹੋਈ ਸੀ ਜਰਮਨ ਨਾਲ ਕਿ ਅਸੀਂ ਇੱਕ ਦੂਸਰੇ ਤੇ ਹਮਲਾ ਨਹੀਂ ਕਰਨਾ। ਸੋਵੀਅਤ ਸੰਘ ਉਦੋਂ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਸ਼ਾਮਲ ਹੋਣ ਲਈ ਮਜਬੂਰ ਹੋਇਆ, ਜਰਮਨ ਨੇ ਇਸ ਤੇ ਹਮਲਾ ਕਰ ਦਿੱਤਾ। ਯੁੱਧ ਤੋਂ ਬਾਅਦ ਇਸ ਨੇ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਆਪਣਾ ਪ੍ਰਭਾਵ ਵਧਾਉਣਾ ਸ਼ੁਰੂ ਕਰ ਦਿੱਤਾ। ਸੋਵੀਅਤ ਸੰਘ ਦੀਆਂ ਇਹਨਾਂ ਗਤੀਵਿਧੀਆਂ ਨੇ ਪੱਛਮੀ ਰਾਜਾਂ ਦੇ ਵਿੱਚ ਇਸ ਦੇ ਪ੍ਰਤੀ ਸ਼ੰਕਾ ਅਤੇ ਡਰ ਦੀਆਂ ਭਾਵਨਾਵਾਂ ਭਰ ਦਿੱਤੀਆਂ ਕਿ ਸੋਵੀਅਤ ਸੰਘ ਹੈ ਜਿਹੜਾ, ਕਿਉਂਕਿ ਇਸ ਦਾ ਸਾਈਜ਼ ਬਹੁਤ ਵੱਡਾ ਸੀ, ਜੇ ਅਸੀਂ ਵਰਲਡ ਦੇ ਨਕਸ਼ੇ ਤੇ ਦੇਖੀਏ ਦੁਨੀਆ ਦਾ ਸਭ ਤੋਂ ਵੱਡਾ ਰਾਜ ਸੀ। ਦੋ ਮਹਾਦੀਪਾਂ ਤੱਕ ਇਸ ਦਾ ਵਿਸਥਾਰ ਸੀ, ਏਸ਼ੀਆ ਦੇ ਵਿੱਚ, ਯੂਰਪ ਦੇ ਵਿੱਚ। ਇਸ ਦੀ ਵਿਚਾਰਧਾਰਾ ਹੈ ਜਿਹੜੀ ਉਹ ਵੱਖਰੀ ਸੀ। ਇਸ ਕਰਕੇ ਪੱਛਮੀ ਰਾਜਾਂ ਦੇ ਵਿੱਚ ਇਸ ਦੀ ਵੱਧਦੀ ਹੋਈ ਭੂਮਿਕਾ ਦੇ ਪ੍ਰਤੀ ਸ਼ੰਕੇ ਕੁਝ ਪੈਦਾ ਹੋਈ। ਦੂਸਰਾ ਮੁੱਖ ਕਾਰਨ ਸੀ ਵਿਰੋਧੀ ਵਿਚਾਰਧਾਰਾਵਾਂ, ਕਨਫਲਿਕਟਿੰਗ ਆਈਡੀਓਲੋਜੀਜ਼। ਅਮਰੀਕਾ ਤੇ ਸੋਵੀਅਤ ਸੰਘ ਦੋਹਾਂ ਦੀਆਂ ਵਿਚਾਰਧਾਰਾਵਾਂ ਇੱਕ ਦੂਸਰੇ ਦੀਆਂ ਬਹੁਤ ਜ਼ਿਆਦਾ ਅਗੇਂਸਟ ਸੀ। ਸੋਵੀਅਤ ਸੰਘ ਇੱਕ ਕਮਿਊਨਿਸਟ ਸਟੇਟ ਸੀ, ਇੱਕ ਸਮਾਜਵਾਦੀ ਰਾਜ ਸੀ। ਸਮਾਜਵਾਦ ਹੈ ਜਿਹੜਾ ਇਸ ਵਿਚਾਰਧਾਰਾ ਕਹਿੰਦੀ ਹੈ ਕਿ ਇੱਕ ਸਮਾਜਵਾਦੀ ਰਾਜ ਨੇ ਆਪਣੇ ਖੇਤਰ ਦੇ ਵਿੱਚ ਤਾਂ ਸਮਾਜਵਾਦ ਦੀ ਰੱਖਿਆ ਕਰਨੀ ਹੀ ਹੁੰਦੀ ਹੈ, ਬਲਕਿ ਜਿੱਥੇ ਕਿਤੇ ਹੋਰ ਵੀ ਮਜ਼ਦੂਰ ਸੰਘਰਸ਼ ਕਰ ਰਹੇ ਨੇ ਸਮਾਜਵਾਦ ਲਿਆਉਣ ਲਈ, ਉਹਨਾਂ ਦੀ ਸਪੋਰਟ ਕਰਨਾ, ਉਹਨਾਂ ਦਾ ਸਮਰਥਨ ਕਰਨਾ ਵੀ ਇੱਕ ਸਮਾਜਵਾਦੀ ਰਾਜ ਦੀ ਵਿਚਾਰਧਾਰਾ ਦੇ ਆਧਾਰ ਤੇ ਇੱਕ ਜ਼ਿੰਮੇਵਾਰੀ ਹੈ, ਇੱਕ ਡਿਊਟੀ ਹੈ। ਇਸ ਦੇ ਉਲਟ ਅਮਰੀਕਾ ਇੱਕ ਉਦਾਰਵਾਦੀ ਰਾਜ ਸੀ, ਲੋਕਤੰਤਰੀ ਪਰੰਪਰਾਵਾਂ ਤੇ ਆਧਾਰਿਤ ਰਾਜ ਸੀ ਅਤੇ ਇਹ ਸਮਾਜਵਾਦ ਨੂੰ ਲੋਕਤੰਤਰ ਦਾ ਦੁਸ਼ਮਣ ਸਮਝਦਾ ਸੀ, ਸੁਤੰਤਰਤਾ ਦਾ ਵੈਰੀ ਸਮਝਦਾ ਸੀ। ਇਸ ਲਈ ਅਮਰੀਕਾ ਆਪਣੀ ਜ਼ਿੰਮੇਵਾਰੀ ਸਮਝਦਾ ਸੀ ਕਿ ਅਸੀਂ ਸਮਾਜਵਾਦ ਦੇ ਪਸਾਰ ਨੂੰ ਰੋਕਣਾ, ਤੇ USSR ਆਪਣੀ ਜ਼ਿੰਮੇਵਾਰੀ ਸਮਝਦਾ ਸੀ ਕਿ ਅਸੀਂ ਸਮਾਜਵਾਦ ਦਾ ਪਸਾਰ ਕਰਨਾ ਪੂਰੀ ਦੁਨੀਆ ਵਿੱਚ। ਤੀਸਰਾ ਕਾਰਨ ਕਹਿ ਸਕਦੇ ਹਾਂ, ਪੱਛਮੀ ਰਾਜਾਂ ਦੇ ਵਿੱਚ ਸਾਮਵਾਦੀ ਵਿਚਾਰਧਾਰਾ ਦਾ ਪਸਾਰ ਸ਼ੁਰੂ ਹੋ ਗਿਆ ਸੀ, ਕਿਉਂਕਿ ਸਾਮਵਾਦ ਮੰਨਦਾ ਹੈ ਕਿ ਮਜ਼ਦੂਰਾਂ ਦਾ ਕੋਈ ਵੀ ਮੁਲਕ ਨਹੀਂ ਹੈ, ਉਹਨਾਂ ਦਾ ਕੋਈ ਵੀ ਆਪਣਾ ਰਾਜ ਨਹੀਂ ਹੈ। ਦੁਨੀਆ ਭਰ ਦੇ ਮਜ਼ਦੂਰਾਂ ਦੇ ਇੰਟਰਸਟ ਨੇ ਜਿਹੜੇ ਸਾਂਝੇ ਨੇ ਅਤੇ ਸਾਰਿਆਂ ਨੂੰ ਪੂੰਜੀਵਾਦੀ ਵਿਵਸਥਾ ਦੇ ਵਿਰੁੱਧ ਹੋ ਰਹੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ, ਚਾਹੇ ਪੱਛਮੀ ਰਾਜਾਂ ਦੇ ਮਜ਼ਦੂਰ ਨੇ, ਚਾਹੇ ਪੂਰਬੀ ਰਾਜਾਂ ਦੇ ਮਜ਼ਦੂਰ ਨੇ। ਇਸ ਤਰ੍ਹਾਂ ਦੇ ਵਿਚਾਰਾਂ ਨੇ ਪੱਛਮੀ ਰਾਜਾਂ ਦੇ ਵਿੱਚ ਵੀ ਪਸਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਪੱਛਮੀ ਰਾਜਾਂ ਦੀ ਵਿਚਾਰਧਾਰਾ ਦੇ ਇਹ ਅਨੁਕੂਲ ਨਹੀਂ ਸੀ। ਇਸ ਲਈ ਸਾਮਵਾਦ ਦੇ ਵੱਧਦੇ ਹੋਏ ਪ੍ਰਭਾਵ ਨੂੰ ਰੋਕਣ ਲਈ ਉਹ ਸਾਰੇ ਅਮਰੀਕਾ ਦੀ ਅਗਵਾਈ ਵਿੱਚ ਲਾਮਬੰਦ ਹੋ ਗਏ, ਕਿਉਂਕਿ ਅਮਰੀਕਾ ਹੀ ਇੱਕ ਵੱਡੀ ਪਾਵਰ ਰਹਿ ਗਿਆ ਸੀ ਉਹਨਾਂ ਕੋਲ ਉਸ ਸਮੇਂ। ਚੌਥਾ ਕਾਰਨ ਹੈ ਸੋਵੀਅਤ ਸੰਘ ਦੁਆਰਾ ਉੱਤਰੀ ਈਰਾਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਤੋਂ ਇਨਕਾਰ। 1942 ਚ ਇੱਕ ਸਮਝੌਤਾ ਹੋਇਆ ਸੀ ਮਿੱਤਰ ਸ਼ਕਤੀਆਂ ਦੇ ਵਿਚਕਾਰ, UK ਤੇ USSR ਦੇ ਵਿਚਕਾਰ, ਕਿ ਜਦੋਂ ਜਰਮਨ ਹਥਿਆਰ ਸੁੱਟ ਦੇਵੇਗਾ, ਆਤਮ ਸਮਰਪਣ ਕਰ ਦੇਵੇਗਾ, ਉਸ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਇਹ ਸ਼ਕਤੀਆਂ ਨੇ ਜਿਹੜੀਆਂ ਈਰਾਨ ਤੋਂ ਆਪਣੀਆਂ ਸੈਨਾਵਾਂ ਵਾਪਸ ਬੁਲਾਉਣਗੀਆਂ। ਸਮਝੌਤੇ ਦੇ ਅਨੁਸਾਰ ਪੱਛਮੀ ਰਾਜਾਂ ਨੇ ਸੈਨਾਵਾਂ ਵਾਪਸ ਬੁਲਾ ਲਈਆਂ, ਪਰੰਤੂ USSR ਨੇ ਈਰਾਨ ਨਾਲ ਧੱਕੇ ਨਾਲ ਸਮਝੌਤਾ ਕਰਕੇ ਉਸ ਤੇ ਪ੍ਰੈਸ਼ਰ ਪਾ ਕੇ 23 ਸਾਲਾਂ ਲਈ ਇੱਕ ਸਮਝੌਤਾ ਕੀਤਾ ਤੇ ਉਸ ਦੇ ਤੇਲ ਦੇ ਸਾਧਨਾਂ ਤੇ ਆਪਣਾ ਅਧਿਕਾਰ ਕਰ ਲਿਆ। ਜਿਹੜਾ ਈਰਾਨ ਹੈ ਇਹ USSR ਅਤੇ ਬ੍ਰਿਟਿਸ਼ ਇੰਡੀਆ, ਕਿਉਂਕਿ UK ਯੂਨਾਈਟਿਡ ਕਿੰਗਡਮ ਹੈ ਜਿਹੜਾ ਉਹ ਵੀ ਯੁੱਧ ਦੇ ਵਿੱਚ ਸ਼ਾਮਲ ਸੀ, ਮੁੱਖ ਸ਼ਕਤੀ ਸੀ, ਅਤੇ USSR ਵੀ ਮੁੱਖ ਸ਼ਕਤੀ ਸੀ। ਇਹ ਦੋਵਾਂ ਦੇ ਸੈਂਟਰ ਦੇ ਵਿੱਚ ਪੈਂਦਾ ਸੀ ਈਰਾਨ ਦਾ ਇਲਾਕਾ। ਈਰਾਨ ਬੇਸ਼ੱਕ ਇੱਕ ਨਿਰਪੱਖ ਰਾਜ ਸੀ, ਪੱਖਪਾਤੀ ਰਾਜ ਨਹੀਂ ਸੀ, ਕਿਸੇ ਵੀ ਧੜੇ ਵਿੱਚ ਸ਼ਾਮਲ ਨਹੀਂ ਸੀ,
परंतु ईरान ਦੇ ਜਿਹੜੇ ਇਲਾਕੇ ਨੇ ਉਹਨਾਂ ਦੀ ਜ਼ਰੂਰਤ ਸੀ ਮਿੱਤਰ ਸ਼ਕਤੀਆਂ ਨੂੰ ਤੇ ਨਾਲ ਇਹ ਵੀ ਇੱਕ ਸਮਝੌਤਾ ਕੀਤਾ ਕਿ ਜਦੋਂ ਅਸੀਂ ਜਰਮਨ ਨੂੰ ਹਰਾਤਾ, ਜਰਮਨ ਨੇ ਆਤਮ ਸਮਰਪਣ ਕਰਤਾ, ਅਸੀਂ ਇਹ ਕਬਜ਼ਾ ਛੱਡ ਦੇਵਾਂਗੇ। परंतु यूएसएसआर ने यह कब्जा नहीं छड्डिया। पंजवां कारण है सोवियत संघ द्वारा याल्टा समझौते की उलंघना। 1945 ਦੇ ਵਿੱਚ ਤਿੰਨ ਵੱਡੀਆਂ ਸ਼ਕਤੀਆਂ ਸੋਵੀਅਤ ਸੰਘ, ਇੰਗਲੈਂਡ ਅਤੇ ਅਮਰੀਕਾ ਵਿਚਕਾਰ ਇੱਕ ਸਮਝੌਤਾ ਹੋਇਆ ਸੀ ਜਿਸ ਨੂੰ ਯਾਲਟਾ ਐਗਰੀਮੈਂਟ, ਯਾਲਟਾ ਸਮਝੌਤਾ ਕਿਹਾ ਜਾਂਦਾ। ਯਾਲਟਾ ਸਮਝੌਤੇ ਵਿੱਚ ਸੋਵੀਅਤ ਸੰਘ ਨੇ ਮੰਨਿਆ ਸੀ ਕਿ ਜਦੋਂ ਯੁੱਧ ਸਮਾਪਤ ਹੋ ਗਿਆ ਤਾਂ ਉਹ ਪੂਰਬੀ ਯੂਰਪ ਦੇ ਰਾਜਾਂ ਦੇ ਵਿੱਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਲਾਗੂ ਕਰੇਗਾ। ਇਹ ਪੂਰਬੀ ਰਾਜ ਨੇ ਜਿਹੜੇ ਉਹ ਪੂਰਬੀ ਯੂਰਪ ਦੇ ਰਾਜ ਨੇ ਜਿਹੜੇ ਉਹ ਇਹਨਾਂ ਰਾਜਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿ ਸੋਵੀਅਤ ਸੰਘ ਦੇ ਨਾਲ ਲੱਗਦੇ ਸੀ। ਇਧਰਲੇ ਜਿਹੜੇ ਰਾਜ ਨੇ ਇਹਨਾਂ ਨੂੰ ਪੱਛਮੀ ਰਾਜ ਕਿਹਾ ਜਾਂਦਾ ਹੈ, ਇਧਰਲੇ ਰਾਜ ਨੇ ਜਿਹੜੇ ਪੂਰਬੀ ਰਾਜ ਕਿਹਾ ਜਾਂਦਾ ਹੈ ਜਿਹੜੇ ਯੂਰਪ ਮਹਾਦੀਪ ਦੇ ਵਿੱਚ ਪੈਂਦੇ ਨੇ। ਪਰੰਤੂ ਸੋਵੀਅਤ ਸੰਘ ਨੇ ਪੋਲੈਂਡ ਵਿੱਚ ਆਪਣੀ ਮਰਜ਼ੀ ਦੀ ਸਰਕਾਰ ਬਣਾ ਦਿੱਤੀ। ਉੱਥੋਂ ਦੇ ਜਿਹੜੇ ਡੈਮੋਕ੍ਰੇਟਿਕ ਲੀਡਰ ਸੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਆਪਣੀ ਇੱਕ ਕਠਪੁਤਲੀ ਸਰਕਾਰ ਬਣਾ ਦਿੱਤੀ। ਇਸ ਤੋਂ ਬਿਨਾਂ ਜਿਹੜੀਆਂ ਹੋਰ ਕੰਟਰੀ ਸੀ ਛੋਟੀਆਂ-ਛੋਟੀਆਂ ਇਸ ਦੇ ਨਾਲ ਪੂਰਬੀ ਯੂਰਪ ਦੇ ਵਿੱਚ ਹੰਗਰੀ, ਬੁਲਗਾਰੀਆ, ਰੋਮਾਨੀਆ, ਚੈਕੋਸਲੋਵਾਕੀਆ, ਇਹਨਾਂ ਰਾਜਾਂ ਦੇ ਵਿੱਚ ਵੀ ਆਪਣੀ ਮਰਜ਼ੀ ਦੀਆਂ ਸਰਕਾਰਾਂ, ਆਪਣੀ ਕਠਪੁਤਲੀ ਦੀਆਂ ਸਰਕਾਰਾਂ ਦਾ ਗਠਨ ਕਰਵਾ ਦਿੱਤਾ ਅਤੇ ਉੱਥੇ ਕਮਿਊਨਿਸਟ ਸਿਸਟਮ, ਸਮਾਜਵਾਦੀ ਪ੍ਰਣਾਲੀ ਹੈ ਜਿਹੜੀ ਉਹ ਇੱਕ ਤਰ੍ਹਾਂ ਨਾਲ ਲੋਕਾਂ ਤੇ ਇਨਫੋਰਸ ਕਰਨੀ ਸ਼ੁਰੂ ਕਰ ਦਿੱਤੀ। ਛੇਵਾਂ ਕਾਰਨ ਕਹਿ ਸਕਦੇ ਹਾਂ ਸੋਵੀਅਤ ਸੰਘ ਦਾ ਯੂਨਾਨ ਤੇ ਦਬਾਅ। ਯੂਨਾਨ ਦੇ ਵਿੱਚ ਇੱਕ ਸਿਵਲ ਵਾਰ ਚੱਲ ਰਹੀ ਸੀ ਯੂਨਾਨ ਦੀ ਸਰਕਾਰ ਦੇ ਵਿੱਚ ਅਤੇ ਸਾਮਵਾਦੀ ਗੁਰੀਲਿਆਂ ਦੇ ਵਿਚਕਾਰ। ਪਰੰਤੂ ਜਿਹੜਾ ਰਾਸ਼ਟਰੀ ਸੈਨਾ ਨਾਲ ਟੱਕਰ ਚੱਲ ਰਹੀ ਸੀ ਸਾਮਵਾਦੀ ਗੁਰੀਲਿਆਂ ਦੀ, ਇਸ ਟੱਕਰ ਦੇ ਵਿੱਚ ਸੋਵੀਅਤ ਸੰਘ ਨੇ ਗੁਰੀਲਿਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੀ ਪ੍ਰਤੀਕਿਰਿਆ ਦੇ ਸਿੱਟੇ ਵਜੋਂ ਅਮਰੀਕਾ ਨੇ ਯੂਨਾਨ ਦੀ ਸਰਕਾਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਨਾਲ ਅਮਰੀਕਾ ਅਤੇ ਯੂਐਸਐਸਆਰ ਦੋਵੇਂ ਇੱਕ ਦੂਜੇ ਦੇ ਸਿੱਧੇ ਵਿਰੋਧ ਤੇ ਆ ਗਏ। ਸੱਤਵਾਂ ਕਾਰਨ ਹੈ ਸ਼ੀਤ ਯੁੱਧ ਦਾ ਸੋਵੀਅਤ ਸੰਘ ਦਾ ਤੁਰਕੀ ਤੇ ਕੰਟਰੋਲ ਕਰਨ ਦਾ ਯਤਨ। ਯੁੱਧ ਤੋਂ ਬਾਅਦ ਸੋਵੀਅਤ ਸੰਘ ਨੇ ਤੁਰਕੀ ਉੱਪਰ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਕਿ ਆਪਣੇ ਇਲਾਕੇ ਵਿੱਚ ਆਉਂਦੇ ਜਿਹੜੇ ਲਾਂਘੇ ਨੇ, ਸਮੁੰਦਰੀ ਲਾਂਘੇ, ਉਹਨਾਂ ਦੇ ਵਿੱਚੋਂ ਦੀ ਸੋਵੀਅਤ ਜਹਾਜ਼ਾਂ ਨੂੰ ਖੁੱਲ੍ਹੀ ਆਵਾਜਾਈ ਦਾ ਅਧਿਕਾਰ ਦੇਵੇ। ਇਹ ਜਿਹੜੇ ਲਾਂਘੇ ਨੇ ਇਹਨਾਂ ਨੂੰ ਇਹ ਤੁਰਕੀ ਚ ਆਉਂਦੇ ਨੇ, ਇਸ ਲਈ ਇਹਨਾਂ ਨੂੰ ਟਰਕਿਸ਼ ਸਟ੍ਰੇਟਸ ਕਿਹਾ ਜਾਂਦਾ। ਇਸ ਲਾਂਘੇ ਨੂੰ ਜਿਹੜੇ ਬਹੁਤ ਹਲਕੇ ਪਤਲੇ ਲਾਂਘੇ ਹੁੰਦੇ ਨੇ ਸਮੁੰਦਰ ਦੇ ਵਿੱਚ, ਇਹਨਾਂ ਨੂੰ ਸਟ੍ਰੇਟ ਕਿਹਾ ਜਾਂਦਾ। ਇਹ ਤੁਰਕੀ ਚ ਆਉਂਦੇ ਨੇ ਇਸ ਲਈ ਇਹਨੂੰ ਟਰਕਿਸ਼ ਸਟ੍ਰੇਟਸ ਕਿਹਾ ਜਾਂਦਾ। ਇੱਥੇ ਜਿਹੜਾ ਇਹ ਛੋਟਾ ਜਿਹਾ ਕੰਟਰੀ ਅਸੀਂ ਦਿਖਾਇਆ ਹੈ ਇਹ ਤੁਰਕੀ ਹੈ ਅਤੇ ਜਿਹੜਾ ਇਹ ਹਰੇ ਰੰਗ ਨਾਲ ਦਿਖਾਇਆ ਗਿਆ ਵੱਡਾ ਸਟੇਟ ਹੈ ਇਹ ਯੂਐਸਐਸਆਰ ਹੈ। ਯੂਐਸਐਸਆਰ ਤੁਰਕੀ ਤੇ ਪ੍ਰੈਸ਼ਰ ਪਾ ਰਿਹਾ ਸੀ ਕਿ ਇਹਨਾਂ ਲਾਂਘਿਆਂ ਦੇ ਵਿੱਚ ਦੀ ਸਾਡੇ ਸ਼ਿਪਸ ਨੇ ਜਿਹੜੇ ਉਹਨਾਂ ਨੂੰ ਖੁੱਲ੍ਹੀ ਆਵਾਜਾਈ ਦੇ ਅਧਿਕਾਰ ਪ੍ਰਦਾਨ ਕਰੋ। ਤੁਰਕੀ ਨੇ ਇਸ ਮੰਗ ਦਾ ਵਿਰੋਧ ਕੀਤਾ ਅਤੇ ਜਿਹੜੇ ਪੱਛਮੀ ਰਾਜ ਨੇ ਉਹ ਤੁਰਕੀ ਦੇ ਸਮਰਥਨ ਤੇ ਆ ਗਏ। ਅਮਰੀਕਾ ਦੇ ਰਾਸ਼ਟਰਪਤੀ ਨੇ ਯੂਐਸਐਸਆਰ ਦੇ ਇਸ ਧੱਕੇਸ਼ਾਹੀ ਵਿਰੁੱਧ ਇੱਕ ਬਹੁਤ ਹੀ ਇੰਪੋਰਟੈਂਟ ਸਿਧਾਂਤ ਦਿੱਤਾ, ਟਰੂਮੈਨ ਸਿਧਾਂਤ, ਟਰੂਮੈਨ ਡਾਕਟਰਾਈਨ। ਇਸ ਸਿਧਾਂਤ ਦੇ ਅਨੁਸਾਰ ਅਮਰੀਕਾ ਨੇ ਆਪਣੇ ਸਿਰ ਜ਼ਿੰਮੇਵਾਰੀ ਲਈ ਕਿ ਅਸੀਂ ਉਹਨਾਂ ਸਾਰੇ ਲੋਕਾਂ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ ਜਿਹੜੇ ਆਪਣੀ ਮਰਜ਼ੀ ਦੀ ਸਰਕਾਰ ਬਣਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਉਹਨਾਂ ਤੇ ਕਿਸੇ ਬਾਹਰੀ ਸ਼ਕਤੀ ਦੇ ਕੰਟਰੋਲ ਕਰਕੇ ਕੋਈ ਹੋਰ ਸਰਕਾਰ ਉੱਥੇ ਸਥਾਪਿਤ ਕੀਤੀ ਹੋਈ ਹੈ। ਸੋਵੀਅਤ ਸੰਘ ਦਾ 8ਵਾਂ ਕਾਰਨ ਹੈ ਸੋਵੀਅਤ ਸੰਘ ਦਾ ਜਰਮਨੀ ਤੇ ਦਬਾਅ। ਯੁੱਧ ਤੋਂ ਬਾਅਦ ਸੋਵੀਅਤ ਸੰਘ ਜਰਮਨੀ ਨੂੰ 4 ਭਾਗਾਂ 'ਚ ਵੰਡਿਆ ਗਿਆ। ਜਦੋਂ ਜਰਮਨੀ ਨੇ ਹਥਿਆਰ ਸੁੱਟ ਦਿੱਤੇ ਤਾਂ ਜੇਤੂ ਸ਼ਕਤੀਆਂ ਨੇ ਉਸ ਨੂੰ 4 ਇਲਾਕਿਆਂ 'ਚ ਆਪੋ ਆਪਣੇ ਇਲਾਕਿਆਂ ਦੇ ਵਿੱਚ ਵੰਡ ਲਿਆ। ਜਿਹੜਾ ਲਾਲ ਰੰਗ ਦਾ ਇਲਾਕਾ ਹੈ ਸੋਵੀਅਤ ਸੰਘ ਨੂੰ ਆਇਆ, ਹਰੇ ਰੰਗ ਦਾ ਬਰਤਾਨੀਆ ਨੂੰ, ਨੀਲੇ ਰੰਗ ਦਾ ਫਰਾਂਸ ਨੂੰ ਅਤੇ ਪੀਲੇ ਰੰਗ ਦਾ ਜੋ ਇਲਾਕਾ ਹੈ ਅਮਰੀਕਾ ਦੇ ਹਿੱਸੇ ਦੇ ਵਿੱਚ ਆਇਆ। ਜਿਹੜਾ ਭਾਗ ਸੋਵੀਅਤ ਸੰਘ ਦੇ ਨਿਯੰਤਰਣ ਦੇ ਵਿੱਚ ਆਇਆ, ਸੋਵੀਅਤ ਸੰਘ ਨੇ ਉੱਥੋਂ ਜਿਹੜੀ ਫੈਕਟਰੀਆਂ ਦੀ ਵੱਡੀ ਭਾਰੀ ਮਸ਼ੀਨਰੀ ਸੀ ਉਸ ਨੂੰ ਯੁੱਧ ਦੇ ਖਰਚੇ ਦੇ ਬਦਲੇ ਆਪਣੇ ਖੇਤਰ ਵੱਲ ਨੂੰ ਢੋਣਾ ਸ਼ੁਰੂ ਕਰ ਦਿੱਤਾ। ਜਰਮਨ ਦੇ ਜਿਹੜੇ ਲੋਕਤੰਤਰੀ ਲੀਡਰ ਸੀ ਇਸ ਇਲਾਕੇ ਦੇ ਵਿੱਚ, ਲਾਲ ਰੰਗ ਦੇ ਇਲਾਕੇ ਦੇ ਵਿੱਚ, ਸੋਵੀਅਤ ਸੰਘ ਵਾਲੇ ਇਲਾਕੇ ਦੇ ਵਿੱਚ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਉੱਥੇ ਸਮਾਜਵਾਦੀ ਦਲ ਦਾ ਗਠਨ ਕਰਕੇ ਉਸ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਇੱਕ ਕਠਪੁਤਲੀ ਜੀ ਦੀ ਸਰਕਾਰ ਬਣਾ ਦਿੱਤੀ ਗਈ। ਅਮਰੀਕਾ, ਇੰਗਲੈਂਡ ਅਤੇ ਫਰਾਂਸ ਇਹ ਤਿੰਨਾਂ ਦੇ ਹਿੱਸੇ ਜਿਹੜਾ ਭਾਗ ਆਇਆ ਜਰਮਨੀ ਦਾ, ਇਹਨਾਂ ਨੇ ਉਸ ਦਾ ਏਕੀਕਰਨ ਕਰ ਦਿੱਤਾ, ਇਸ ਦਾ ਇੱਕ ਰਾਜ ਬਣਾ ਦਿੱਤਾ ਜਿਸ ਨੂੰ ਪੱਛਮੀ ਜਰਮਨੀ ਕਿਹਾ ਜਾਂਦਾ ਰਿਹਾ ਹੈ 1990 ਤੱਕ। ਅਤੇ ਸੋਵੀਅਤ ਸੰਘ ਨੇ ਜਿਹੜਾ ਆਪਣਾ ਇਲਾਕਾ ਸੀ ਉਸ ਨੂੰ ਵੱਖਰਾ ਰੱਖਿਆ, ਉਸ ਨੂੰ ਨਾਲ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉੱਥੇ ਆਪਣੀ ਇੱਕ ਵੱਖਰੀ ਕਰੰਸੀ ਚਲਾ ਦਿੱਤੀ। 9ਵਾਂ ਕਾਰਨ ਹੈ ਬਰਲਿਨ ਸੰਬੰਧੀ ਮਤਭੇਦ। ਬਰਲਿਨ ਬੜਾ
ਪੱਖ ਦਾ ਮਸਲਾ ਰਿਹਾ ਹੈ ਸ਼ੀਤ ਯੁੱਧ ਦਾ। ਜਦੋਂ ਜਰਮਨੀ ਦੀ ਵੰਡ ਹੋਈ 4 ਖੇਤਰਾਂ ਦੇ ਵਿੱਚ, ਇੱਕ ਹਿੱਸਾ ਯੂਕੇ ਦੇ ਹਿੱਸੇ ਆਇਆ, ਇੱਕ ਅਮਰੀਕਾ ਦੇ ਹਿੱਸੇ, ਇੱਕ ਫਰਾਂਸ ਦੇ ਹਿੱਸੇ, ਇੱਕ ਹਿੱਸਾ ਆਇਆ USSR ਦੇ ਹਿੱਸੇ। ਪਰੰਤੂ ਜਿਹੜੀ ਜਰਮਨੀ ਦੀ ਰਾਜਧਾਨੀ ਸੀ ਬਰਲਿਨ, ਉਹ ਉਸ ਖੇਤਰ ਦੇ ਵਿੱਚ ਆਈ ਜਿਹੜਾ ਖੇਤਰ USSR ਦੇ ਅਧਿਕਾਰ ਖੇਤਰ ਦੇ ਵਿੱਚ ਸੀ। ਪਰੰਤੂ ਕਿਉਂਕਿ ਬਰਲਿਨ ਰਾਜਧਾਨੀ ਸੀ, ਇਸ ਲਈ ਉਸ ਦੀ ਵੀ 4 ਹਿੱਸਿਆਂ ਦੇ ਵਿੱਚ ਵੰਡ ਕੀਤੀ ਗਈ। ਜਿਸ ਤਰ੍ਹਾਂ ਮੇਨ ਜਰਮਨੀ ਦੀ ਵੰਡ ਕੀਤੀ ਗਈ ਸੀ, ਜਰਮਨੀ ਦੀ ਰਾਜਧਾਨੀ ਦੀ ਵੀ ਉਸੇ ਤਰ੍ਹਾਂ ਵੰਡ ਕੀਤੀ ਗਈ। ਜਿਹੜੇ 3 ਹਿੱਸੇ ਸੀ ਬਰਲਿਨ ਦੇ, ਅਮਰੀਕਾ ਦੇ ਹਿੱਸੇ ਆਇਆ, ਇੰਗਲੈਂਡ ਦੇ ਹਿੱਸੇ ਆਇਆ ਅਤੇ ਜੋ ਫਰਾਂਸ ਦੇ ਹਿੱਸੇ ਆਇਆ, ਉਹਨਾਂ ਨੇ ਤਿੰਨਾਂ ਹੀ ਸੈਕਟਰਾਂ ਨੂੰ ਮਿਲਾ ਕੇ ਇੱਕ ਬਰਲਿਨ ਬਣਾ ਦਿੱਤਾ। ਪਰੰਤੂ ਜਿਹੜਾ ਹਿੱਸਾ ਬਰਲਿਨ ਦਾ USSR ਦੇ ਕਬਜ਼ੇ ਵਿੱਚ ਆਇਆ, ਉਹਨੇ ਉਸ ਨੂੰ ਵੱਖਰਾ ਹੀ ਰੱਖਿਆ। ਬਰਲਿਨ ਸੰਬੰਧੀ ਮਤਭੇਦ ਨੇ ਜਿਹੜੇ, ਉਹ ਸ਼ੀਤ ਯੁੱਧ ਦਾ ਇੱਕ ਵੱਡਾ ਕਾਰਨ ਬਣੇ ਰਹੇ, ਕਿਉਂਕਿ ਬਰਲਿਨ ਉਸ ਖੇਤਰ ਦੇ ਵਿੱਚ ਪੈਂਦਾ ਸੀ ਜਿਹੜਾ ਖੇਤਰ USSR ਦੇ ਹਿੱਸੇ ਵਿੱਚ ਆਇਆ ਸੀ ਜਰਮਨੀ ਦਾ। ਇਸ ਲਈ ਬਰਲਿਨ ਸ਼ਹਿਰ ਦੇ ਸਾਰੇ ਰਸਤੇ ਨੇ ਜਿਹੜੇ, ਉਹ USSR ਦੇ ਕਬਜ਼ੇ ਵਿੱਚ ਸੀ। ਉਸ ਦੇ ਜਿਹੜੀ ਸਪੋਰਟਰ ਸਟੇਟ ਸੀ ਉਸ ਦੇ ਕਬਜ਼ੇ ਵਿੱਚ ਸੀ। 1948 ਵਿੱਚ ਸੋਵੀਅਤ ਸੰਘ ਨੇ ਬਰਲਿਨ ਸ਼ਹਿਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰਕੇ ਬਰਲਿਨ ਦੀ ਨਾਕਾਬੰਦੀ ਕਰ ਦਿੱਤੀ। ਪੱਛਮੀ ਰਾਜਾਂ ਨੇ ਬਰਲਿਨ ਵਾਸੀਆਂ ਲਈ ਜਿਹੜੀਆਂ ਜ਼ਰੂਰੀ ਸੇਵਾਵਾਂ ਸੀ, ਜ਼ਰੂਰੀ ਵਸਤੂਆਂ ਸੀ, ਉਹਨਾਂ ਦੀ ਢੋਆ ਢਾਈ ਲਗਭਗ 1 ਸਾਲ ਦਾ ਸਮਾਂ ਹਵਾਈ ਜਹਾਜ਼ਾਂ ਰਾਹੀਂ ਕੀਤੀ, ਜਿਹੜਾ ਕਿ ਉਸ ਸਮੇਂ ਇੱਕ ਬਹੁਤ ਵੱਡਾ ਕੰਮ ਸੀ। ਇਸ ਨਾਲ ਸੋਵੀਅਤ ਸੰਘ ਅਤੇ ਪੱਛਮੀ ਰਾਜਾਂ ਵਿਚਕਾਰ ਜਿਹੜਾ ਟਕਰਾਅ ਸੀ ਉਹ ਬਹੁਤ ਜ਼ਿਆਦਾ ਗੰਭੀਰ ਹੋ ਗਿਆ। 10ਵਾਂ ਕਾਰਨ ਕਿਹਾ ਜਾ ਸਕਦਾ ਹੈ ਸੋਵੀਅਤ ਸੰਘ ਦੁਆਰਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਵੀਟੋ ਦੀ ਸ਼ਕਤੀ ਦਾ ਵਾਰ-ਵਾਰ ਪ੍ਰਯੋਗ ਕੀਤਾ ਜਾਣਾ। ਯੁੱਧ ਦੀ ਸਮਾਪਤੀ ਮਗਰੋਂ ਯੂਨਾਈਟਿਡ ਨੇਸ਼ਨ ਸਥਾਪਿਤ ਕੀਤਾ ਗਿਆ। ਯੂਨਾਈਟਿਡ ਨੇਸ਼ਨ ਦਾ ਮੁੱਖ ਉਦੇਸ਼ ਸੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਰੱਖਣਾ। ਸ਼ਾਂਤੀ ਕਾਇਮ ਰੱਖਣ ਲਈ ਇਹਦਾ ਸਭ ਤੋਂ ਇੰਪੋਰਟੈਂਟ ਅੰਗ ਸੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ, ਸੁਰੱਖਿਆ ਪਰਿਸ਼ਦ। ਜਿਹੜੀਆਂ 5 ਵੱਡੀਆਂ ਸ਼ਕਤੀਆਂ ਸੀ ਉਸ ਸਮੇਂ ਵਿਸ਼ਵ ਦੀਆਂ, ਉਹਨਾਂ 5 ਸ਼ਕਤੀਆਂ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਪਰਮਾਨੈਂਟ ਸੀਟ ਦਿੱਤੀ ਗਈ ਤੇ ਵੀਟੋ ਪਾਵਰ ਦਿੱਤੀ ਗਈ, ਭਾਵ ਇੱਕ ਰਾਜ ਵੀ ਕਿਸੇ ਫੈਸਲੇ ਨੂੰ ਰੋਕ ਸਕਦਾ ਸੀ ਸਿਰੇ ਚੜ੍ਹਨ ਤੋਂ। ਇਹ 5 ਸ਼ਕਤੀਆਂ ਸੀ ਚੀਨ, ਫਰਾਂਸ, ਬ੍ਰਿਟੇਨ, ਅਮਰੀਕਾ ਅਤੇ ਸੋਵੀਅਤ ਸੰਘ। ਸੋਵੀਅਤ ਸੰਘ ਜਿਹੜਾ ਵੀ ਕੋਈ ਮਤਾ ਆਉਂਦਾ ਸੀ ਸੁਰੱਖਿਆ ਪਰਿਸ਼ਦ ਦੇ ਵਿੱਚ, ਉਸ ਤੇ ਆਪਣੀ ਵੀਟੋ ਸ਼ਕਤੀ ਦਾ ਵਾਰ-ਵਾਰ ਇਸਤੇਮਾਲ ਕਰਦਾ ਸੀ, ਜਿਹਦੇ ਨਾਲ ਸੁਰੱਖਿਆ ਪਰਿਸ਼ਦ ਦਾ ਜਿਹੜੀ ਉਹ ਇੱਕ ਲੰਗੜੀ ਹੋ ਕੇ ਰਹਿ ਗਈ ਤੇ ਵਿਸ਼ਵ ਦੀ ਜਿਹੜੀ ਸ਼ਾਂਤੀ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਸੁਰੱਖਿਆ ਪਰਿਸ਼ਦ ਦੀ, ਉਹ ਭੂਮਿਕਾ ਨੂੰ ਨਿਭਾਉਣ ਦੇ ਵਿੱਚ ਸੁਰੱਖਿਆ ਪਰਿਸ਼ਦ ਨਾਕਾਮ ਰਹਿਣ ਲੱਗੀ। 11ਵਾਂ ਕਾਰਨ ਕਿਹਾ ਜਾ ਸਕਦਾ ਹੈ ਅਮਰੀਕਾ ਅਤੇ ਕੈਨੇਡਾ ਵਿੱਚ ਸਾਮਵਾਦੀ ਗਤੀਵਿਧੀਆਂ ਆਰੰਭ ਹੋਣਾ। ਯੁੱਧ ਤੋਂ ਬਾਅਦ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਇਹਨਾਂ ਦੋਨਾਂ ਹੀ ਕੰਟਰੀਜ਼ ਦੇ ਵਿੱਚ ਕਾਫੀ ਵਧਣੀਆਂ ਸ਼ੁਰੂ ਹੋ ਗਈਆਂ ਸੀ। ਸਾਮਵਾਦੀ ਸ਼ਕਤੀਆਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਲੋਕਤੰਤਰ ਅਸਲੀ ਲੋਕਤੰਤਰ ਨਹੀਂ ਹੈ ਅਮਰੀਕਾ ਕੈਨੇਡਾ ਦਾ, ਅਸਲੀ ਲੋਕਤੰਤਰ ਤਾਂ ਰਸ਼ੀਆ ਦਾ ਲੋਕਤੰਤਰ ਹੈ, USSR ਦਾ ਲੋਕਤੰਤਰ ਹੈ। ਇਸ ਲਈ ਅਮਰੀਕਾ ਨੂੰ ਲੱਗਦਾ ਸੀ ਕਿ ਇਹ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਇਹ USSR ਅਤੇ ਉਸ ਦੀਆਂ ਏਜੰਸੀਆਂ ਦੀ ਸ਼ਹਿ ਤੇ ਹੋ ਰਹੀਆਂ ਨੇ। ਇਹਨਾਂ ਸਾਰੇ ਕਾਰਨਾਂ ਕਰਕੇ ਪੱਛਮੀ ਮੁਲਕਾਂ ਲਈ USSR ਯੁੱਧ ਤੋਂ ਬਾਅਦ ਕੋਈ ਭਰੋਸੇਯੋਗ ਮਿੱਤਰ ਨਹੀਂ ਰਿਹਾ ਅਤੇ ਉਸ ਦੀ ਹਰ ਗਤੀਵਿਧੀ ਨੂੰ ਉਹ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗੇ ਤੇ ਉਹਨਾਂ ਦੇ ਵਿੱਚ ਪੱਛਮੀ ਰਾਜਾਂ ਦੇ ਵਿੱਚ USSR ਪ੍ਰਤੀ ਸ਼ੱਕ ਅਤੇ ਡਰ ਦੀ ਭਾਵਨਾ ਉਹ ਵੱਧਦੀ ਗਈ। ਇਸ ਕਰਕੇ ਸ਼ੀਤ ਯੁੱਧ ਜਿਹੜਾ ਉਸ ਨੂੰ ਚੱਲਣ ਲਈ ਜਿਹੜੇ ਹਾਲਾਤ ਚਾਹੀਦੇ ਸੀ ਉਹ ਸਾਰੇ ਹਾਲਾਤ ਨੇ ਜਿਹੜੇ ਉਹ ਆਪਣੇ ਆਪ ਬਣਦੇ ਗਏ ਅਤੇ ਆਉਣ ਵਾਲੇ ਤਕਰੀਬਨ ਅੱਧੀ ਸਦੀ ਲਈ ਸ਼ੀਤ ਯੁੱਧ ਨੇ ਪੂਰੀ ਦੁਨੀਆ ਨੂੰ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਕੀਤਾ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।